ਜਦੋਂ ਇਹ ਬੰਦਾ ਜਾਣ ਜਾਏਗਾ ਕਿ ਯਿਸੂ ਮਸੀਹ ਨੇ ਮੈਨੂੰ ਅਧਿਕਾਰ ਦਿੱਤਾ ਬਿਮਾਰੀ ਦੇ ਉੱਤੇ, ਯਿਸੂ ਮਸੀਹ ਨੇ ਕਿਹਾ ਵਿਸ਼ਵਾਸੀ ਪ੍ਰਾਰਥਨਾ ਕਰਨਗੇ ਆਪਣੇ ਵਿਸ਼ਵਾਸ ਦੇ ਨਾਲ, ਘਰ ਦੇ ਵਿੱਚ ਹੀ ਵਿਸ਼ਵਾਸ ਦੇ ਨਾਲ ਬੋਲਣਗੇ ਕਿ ਯਿਸੂ ਦੇ ਨਾਮ 'ਚ ਬਿਮਾਰੀ ਜਾਏ, ਤਾਂ ਪਰਮੇਸ਼ਵਰ ਨੇ ਕਿਹਾ ਜਾਏਗੀ। ਪਰਮੇਸ਼ਵਰ ਨੇ ਨਹੀਂ ਲਿਖਿਆ ਬਾਈਬਲ ਦੇ ਵਿੱਚ ਕਿ ਪਾਸਟਰ ਕਹਿਣਗੇ ਯਿਸੂ ਮਸੀਹ ਦੇ ਨਾਮ 'ਚ ਜਾ ਤਾਂ ਜਾਏਗੀ। ਤੁਸੀਂ ਵੀ ਘਰ ਦੇ ਵਿੱਚ ਬੈਠੇ ਬੈਠੇ ਚਮਤਕਾਰ ਕਰ ਸਕਦੇ ਹੋ। ਇਹ ਅਧਿਕਾਰ ਤੁਹਾਡੇ ਹੱਥਾਂ ਦੇ ਵਿੱਚ ਨੇ, ਬਾਹਰੋਂ ਵੀ ਉਤਰਨੇ ਤੁਹਾਡੇ ਹੱਥਾਂ ਦੇ ਵਿੱਚ। ਵਿਸ਼ਵਾਸ ਕਰਨ ਵਾਲੇ ਲਈ ਚਿੰਨ੍ਹ ਹੋਣਗੇ ਕਿ ਮੇਰੇ ਨਾਮ ਦੇ ਵਿੱਚ ਭਵਿਸ਼ਵਾਣੀ ਵੀ ਕਰਨਗੇ, ਬਿਮਾਰਾਂ ਤੇ ਹੱਥ ਰੱਖਣਗੇ ਔਰ ਉਹ ਚੰਗੇ ਵੀ ਹੋਣਗੇ। ਮੇਰੇ ਨਾਮ ਦੇ ਵਿੱਚ ਭੂਤਾਂ ਨੂੰ ਕੱਢਣਗੇ, ਬਿਮਾਰੀਆਂ ਨੂੰ ਕੱਢਣਗੇ। ਇਹ ਤੁਹਾਡੇ ਉੱਤੇ ਅਧਿਕਾਰ ਨੇ ਪਰਮੇਸ਼ਵਰ ਨੇ ਦਿੱਤੇ ਹੋਏ। ਤੁਹਾਡੇ ਘਰ ਦੇ ਵਿੱਚ ਸਭ ਪ੍ਰੋਬਲਮ ਅਲੱਗ-ਅਲੱਗ ਹੈ। ਕਿਸੇ ਨੂੰ ਫਾਈਨੈਂਸ ਦੀ ਪ੍ਰੋਬਲਮ, ਪੈਸਿਆਂ ਦੀ ਤੰਗੀ, ਬੱਚਾ ਬਿਮਾਰ ਹੈ, ਘਰ ਵਾਲੀ ਬਿਮਾਰ ਹੈ, ਪ੍ਰੋਬਲਮ ਅਲੱਗ-ਅਲੱਗ ਹੈ, ਸੋਲੂਸ਼ਨ ਇੱਕੋ ਹੀ ਹੈ ਜਦੋਂ ਵਰਤਦਾ ਜਾਂ ਆਤਮਾ ਦੇ ਵਿੱਚ। ਹੁੰਦਾ ਬਾਈਬਲ 'ਚ ਲਿਖਿਆ ਉਸ ਪਰਮੇਸ਼ਰ ਦਾ ਅਗਰ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਹੈ, ਪਹਾੜ ਨੂੰ ਕਹੇਗਾ ਪਹਾੜ ਹਿਲ ਜਾ ਔਰ ਸਮੁੰਦਰ 'ਚ ਜਾ ਪੈ ਤਾਂ ਉਹ ਜਾ ਪਾਏਗਾ। ਪਤਾ ਰਾਈ ਦੇ ਦਾਣੇ ਦੀ ਖਾਸੀਅਤ ਕੀ ਸੀ? ਪਰਮੇਸ਼ਵਰ ਨੇ ਕੀ ਸਿਖਾਉਣ ਦੀ ਕੋਸ਼ਿਸ਼ ਕੀਤੀ ਕਿ ਰਾਈ ਦਾ ਦਾਣਾ ਹੁੰਦਾ ਤਾਂ ਸਭ ਤੋਂ ਛੋਟਾ ਹੈ, ਵਿਸ਼ਵਾਸ ਤਾਂ ਮੇਰਾ ਸਭ ਤੋਂ ਛੋਟਾ, ਲੇਕਿਨ ਹੈ ਮਜ਼ਬੂਤ, ਉਹ ਟੁੱਟਦਾ ਨਹੀਂ, ਉਸ ਨੂੰ ਤੁਸੀਂ ਤੋੜ ਨਹੀਂ ਸਕਦੇ, ਉਸ ਨੂੰ ਤੁਸੀਂ ਕਦੇ ਵੀ ਉਸ ਨੂੰ ਰਾਈ ਦੇ ਦਾਣੇ ਨੂੰ ਤੋੜ ਨਹੀਂ ਸਕਦੇ। ਹੈ ਤਾਂ ਛੋਟਾ ਪਰ ਹੈ ਮਜ਼ਬੂਤ। ਹਾਲੇਲੂਇਆ। ਵਿਸ਼ਵਾਸ ਮਾਇਨੇ ਨਹੀਂ ਕਰਦਾ, ਲੇਕਿਨ ਅਗਰ ਤੁਸੀਂ ਵਿਸ਼ਵਾਸ ਮਜ਼ਬੂਤ ਰੱਖਦੇ ਹੋ ਪਰਮੇਸ਼ਵਰ ਦੇ ਵਿੱਚ ਕਿ ਹਾਂ ਮੇਰਾ ਕੈਂਸਰ ਪਰਮੇਸ਼ਵਰ ਦੂਰ ਕਰੇਗਾ, ਮੇਰੀ ਮੁਸੀਬਤ ਨੂੰ ਦੂਰ ਕਰੇਗਾ, ਦੁੱਖਾਂ ਨੂੰ ਮੁਸੀਬਤਾਂ ਨੂੰ ਪਰਮੇਸ਼ਵਰ ਇੱਕ ਦਿਨ ਖਤਮ ਕਰੇਗਾ। ਤੁਹਾਡਾ ਇੱਕ ਮਜ਼ਬੂਤ ਵਿਸ਼ਵਾਸ ਹੈ ਪਰਮੇਸ਼ਵਰ ਦੇ ਵਿੱਚ, ਉਹ ਤੋੜਨ ਦੇ ਵੇਲੇ ਟਾਈਮ ਨਹੀਂ ਲਗਾਏਗਾ। ਇੱਕ ਦਿਨ ਮੈਂ ਤੁਹਾਨੂੰ ਦੱਸ ਰਿਹਾ, ਹਾਲੇਲੂਇਆ। ਇੱਕ ਟਾਈਮ ਇੱਦਾਂ ਦਾ ਆਏਗਾ, ਉਹ ਕਰਜ਼ ਨੂੰ, ਉਹ ਸ਼ਰਾਪ ਨੂੰ, ਉਹ ਬਿਮਾਰੀਆਂ ਨੂੰ, ਉਹ ਵੱਡੇ ਤੋਂ ਵੱਡੇ ਰੋਗ ਨੂੰ ਤੋੜਨ ਦੇ ਵੇਲੇ ਟਾਈਮ ਨਹੀਂ ਲਗਾਏਗਾ, ਬਿਲਕੁਲ ਵੀ ਟਾਈਮ ਨਹੀਂ ਲਗਾਏਗਾ। ਹਾਲੇਲੂਇਆ। ਤੁਸੀਂ ਜਾਣਦੇ ਹੋ ਅਬਰਾਹਮ ਵਿਸ਼ਵਾਸ ਦੇ ਵਿੱਚ ਮਜ਼ਬੂਤ ਰਿਹਾ ਹਮੇਸ਼ਾ, ਉਸਨੇ ਆਪਣਾ ਵਿਸ਼ਵਾਸ ਨਹੀਂ ਛੱਡਿਆ, ਵਿਸ਼ਵਾਸ ਵਿੱਚ ਹਮੇਸ਼ਾ ਮਜ਼ਬੂਤ ਰਿਹਾ। ਉਸਦੇ ਪੜੋਸੀ ਉਸਨੂੰ ਬੋਲਦੇ ਸੀ ਅਬਰਾਹਮ ਅੱਛਾ ਤੂੰ ਤੇ ਸਾਨੂੰ ਘਰੋਂ ਕਹਿ ਕੇ ਤੁਰਿਆ ਸੀ ਕਿ ਤੇਰੇ ਵੰਸ਼ ਨੂੰ ਪਰਮੇਸ਼ਵਰ ਬੜਾ ਵਧਾਊਗਾ, 70 ਸਾਲ ਦਾ ਹੋ ਗਿਆ, ਤੂੰ 75 ਸਾਲ ਦਾ, 80 ਸਾਲ ਦਾ ਹੋ ਗਿਆ, 90 ਦਾ ਹੋ ਗਿਆ, ਹਾਲੇ ਤੱਕ ਕੋਈ ਬੱਚਾ ਨਹੀਂ ਹੈ। ਲੇਕਿਨ ਬਾਈਬਲ 'ਚ ਲਿਖਿਆ ਜਦੋਂ ਵੀ ਅਬਰਾਹਮ ਦੇ ਮੂੰਹ ਦੇ ਵਿੱਚੋਂ ਸ਼ਬਦ ਨਿਕਲਦੇ ਸੀ, ਅਬਰਾਹਮ ਕਹਿੰਦਾ ਸੀ ਪਰਮੇਸ਼ਵਰ ਦਏਗਾ, ਉਹ ਮੈਨੂੰ ਕਰੇਗਾ। ਬਾਈਬਲ 'ਚ ਲਿਖਿਆ ਇੱਕ ਏਦਾਂ ਦਾ ਵਿਸ਼ਵਾਸ ਉਸਦਾ ਬਣ ਚੁੱਕਿਆ ਸੀ ਪਰਮੇਸ਼ਵਰ ਦੇ ਵਿੱਚ ਕਿ ਉਹ ਏਦਾਂ ਦਾ ਆ ਚੁੱਕਿਆ ਸੀ ਉਸਦੇ ਅੰਦਰ ਵਿਸ਼ਵਾਸ ਕਿ ਪਰਮੇਸ਼ਵਰ ਤੂੰ ਚਾਹੇ ਦੇ ਚਾਹੇ ਨਾ ਦੇ, ਮੈਂ ਤੇਰੇ ਨਾਲ ਜੁੜਿਆ ਹੀ ਰਹਾਂਗਾ, ਤੈਨੂੰ ਛੱਡਾਂਗਾ ਨਹੀਂ, ਤੈਨੂੰ ਤਿਆਗਾਂਗਾ ਨਹੀਂ। ਔਰ ਬਾਈਬਲ 'ਚ ਲਿਖਿਆ ਉਹੀ ਵਿਸ਼ਵਾਸ ਅਬਰਾਹਮ ਦੇ ਲਈ ਧਾਰਮਿਕਤਾ ਗਿਣਿਆ ਗਿਆ ਔਰ ਉਸੇ ਵਿਸ਼ਵਾਸ ਦੇ ਨਾਲ ਪਰਮੇਸ਼ਵਰ ਨੇ ਉਸਨੂੰ ਕਿਹਾ ਅਬਰਾਹਮ ਮੈਂ ਜਾਣ ਗਿਆ ਕਿ ਤੂੰ ਮੈਨੂੰ ਸੱਚਮੁੱਚ ਪਿਆਰ ਕਰਦਾ ਔਰ ਮੈਂ ਤੈਨੂੰ ਇੰਨੀ ਬਰਕਤ ਦਿਆਂਗਾ ਜਿੰਨੇ ਆਕਾਸ਼ ਦੇ ਉੱਤੇ ਤਾਰੇ ਨੇ ਔਰ ਇੰਨੇ ਤੇਰੇ ਵੰਸ਼ ਨੂੰ। ਹਾਲੇਲੂਇਆ। ਇਸ ਦਾ ਕੀ ਮਤਲਬ? ਵਿਸ਼ਵਾਸ ਤੁਸੀਂ ਕੀ ਜਾਣਦੇ ਹੋ ਅਬਰਾਹਮ ਦੇ ਵਿੱਚ ਬਹੁਤ ਵੱਡਾ ਵਿਸ਼ਵਾਸ ਸੀ, ਉਸਦੇ ਅੰਦਰ ਕੋਈ ਵੱਡਾ ਵਿਸ਼ਵਾਸ ਨਹੀਂ ਸੀ, ਪਰ ਉਹ ਛੋਟਾ ਵਿਸ਼ਵਾਸ ਸੀ ਲੇਕਿਨ ਸੀ ਮਜ਼ਬੂਤ, ਪੱਕਾ ਵਿਸ਼ਵਾਸ। ਹਾਲੇਲੂਇਆ। ਪੱਕਾ ਕਿਵੇਂ ਦਾ ਵਿਸ਼ਵਾਸ ਕਿ ਪਰਮੇਸ਼ਵਰ ਕਹਿੰਦਾ ਮੈਂ ਚੰਗਾ ਕਰਨ ਵਾਲਾ ਪਰਮੇਸ਼ਵਰ ਹੈ, ਲੇਕਿਨ ਤੁਹਾਨੂੰ ਉਸਨੇ ਬੜਾ ਬਿਮਾਰ ਕਰ ਦਿੱਤਾ। ਹੁਣ ਅੱਗੇ ਤੁਹਾਡਾ ਫੈਸਲਾ ਹੋਏਗਾ ਕਿ ਤੁਸੀਂ ਉਸ ਪਰਮੇਸ਼ਵਰ ਤੇ ਹਜੇ ਵੀ ਭਰੋਸਾ ਰੱਖ ਕੇ ਮਸੀਹ ਦੇ ਵਿੱਚ ਚੱਲੋਗੇ ਜਾਂ ਤੁਸੀਂ ਕਹੋਗੇ ਨਹੀਂ ਹੁਣ ਮੇਰਾ ਵਿਸ਼ਵਾਸ ਡਾਮਾਡੋਲ ਹੋ ਗਿਆ, ਹੁਣ ਨਹੀਂ ਪ੍ਰਭੂ ਵਿੱਚ ਚੱਲਿਆ ਜਾਂਦਾ। ਹਾਲੇਲੂਇਆ। ਕੋਈ ਮੁਸੀਬਤ, ਕੋਈ ਪ੍ਰੀਖਿਆ ਪਰਮੇਸ਼ਵਰ ਤੁਹਾਡੇ ਉੱਤੇ, ਘਰ ਦੇ ਵਿੱਚ ਕੋਈ ਕਲੇਸ਼ ਆ ਗਿਆ, ਕੋਈ ਸੰਕਟ ਆ ਗਿਆ, ਕੋਈ ਏਦਾਂ ਦੀ ਇਨਸੀਡੈਂਟ ਹੋ ਗਿਆ, ਕੋਈ ਏਦਾਂ ਦਾ, ਦੇਖੋ ਵਿਸ਼ਵਾਸੀ ਲੋਕ ਕੀ ਕਰਦੇ ਨੇ? ਗਿਰ ਜਾਂਦੇ ਨੇ। ਕਿਉਂ? ਕਿਸੇ ਪੜੋਸੀ ਦੇ ਵਿੱਚ ਸੰਕਟ ਆ ਗਿਆ ਜਾਂ ਕਿਸੇ ਨੂੰ ਪਰਮੇਸ਼ਵਰ ਨੇ ਪਰਖ ਲਿਆ ਪ੍ਰੀਖਿਆ ਦੇ ਵਿੱਚ, ਤਾਂ ਪ੍ਰੀਖਿਆ ਚੋਂ ਫੇਲ ਨਿਕਲਦੇ ਨੇ, ਪਾਸ ਨਹੀਂ ਨਿਕਲਦੇ, ਗਿਰ ਜਾਂਦੇ। ਹਾਲੇਲੂਇਆ। ਇਮੇजिन करो अगर अब्राहम अपने मुंह चो कटदा कि परमेश्वर ਹੁਣ ਮੇਰਾ ਵੀ ਵਿਸ਼ਵਾਸ ਉੱਠ ਗਿਆ ਪ੍ਰਭੂ, ਮੈਂ ਤਾਂ ਇੰਨੀ ਦੂਰ ਤੈਨੂੰ ਆਪਣੀ ਲੱਖਾਂ ਦੀ ਪ੍ਰੋਪਰਟੀ ਸਾਰਾ ਕੁਝ ਤੰਬੂ ਨਾਲ ਆਪਣੇ ਰਿਸਕ ਲੈ ਕੇ ਕਿ ਕੋਈ ਚੋਰ ਵੀ ਆ ਸਕਦਾ, ਸਾਨੂੰ ਫੜ ਸਕਦਾ, ਡਾਕੂ ਆ ਸਕਦੇ, ਸਾਡੇ ਜਿਹੜੇ ਸਮਾਨ ਹੈ ਲੱਖਾਂ ਕਰੋੜਾਂ ਦਾ ਸਾਡੇ ਖੋਹ ਕੇ ਲੈ ਕੇ ਜਾ ਸਕਦਾ। ਇੰਨੇ ਰਿਸਕ ਦੇ ਨਾਲ ਮੈਂ ਪਰਮੇਸ਼ਵਰ ਤੇਰੀ ਸੇਵਾ ਦੇ ਲਈ ਤੇਰੇ ਪਿੱਛੇ ਆਇਆ, ਵਾਪਸ ਜਾ ਸਕਦਾ ਸੀ ਆਪਣੇ ਵਿਸ਼ਵਾਸ ਨੂੰ ਡਾਮਾਡੋਲ ਕਰਕੇ, ਲੇਕਿਨ ਬਾਈਬਲ 'ਚ ਲਿਖਿਆ ਵਿਸ਼ਵਾਸ ਦੇ ਨਾਲ ਛੋਟਾ ਸੀ ਲੇਕਿਨ ਮਜ਼ਬੂਤ ਸੀ ਕਿ ਨਹੀਂ ਹਟਾਂਗਾ, मैं पीछे नहीं जाऊंगा।
अगे वधूंगा, अगे ही जाऊंगा, अगे ही जाऊंगा। और एक दिन अगे जाते जाते एक आशीष उतरी उसकी जीवन दे विच। और असी मैं और तुसी अब्राहम दे ही वंश चो गिने जाते हैं, और उसे दे वंश चो जो परमेश्वर के तारे दे वांग अज हर कंट्री दे विच अब्राहम दा वंश, हर देश दे विच अब्राहम दा वंश, हर तरफ अब्राहम दा वंश। हालेलुया। अगर देश की आबादी 7.5 करोड़ है तो 4.5 करोड़ क्रिश्चियन लोग हैं, और यहूदी लोगों को पा के तुसी 5,000 करोड़ कह सकते हो जो परमेश्वर नू जानते हैं, जो अब्राहम दे वंश गिने जाते हैं। हालेलुया। एक विश्वास के द्वारा, छोटे से विश्वास के द्वारा, लेकिन सी किवें दा सी, बोलो, मजबूत सीगा। हालेलुया। एक बार हाथ उठा के बोलो, परमेश्वर मैनू मजबूत विश्वास दे। हालेलुया। और मैं तुहानू क्यों कहा कि तुसी प्रार्थना करो कि परमेश्वर मैनू मजबूत विश्वास दे। और जानो, कदे भी मजबूत विश्वास वाला व्यक्ति कदे भी परीक्षा च घिरेगा नहीं। और याद रखो, परमेश्वर तुहानू उदों ही वड्डी बरकत देंदा जो तुसी एक परीक्षा तो बाहर निकल दे, फिर दूसरी परीक्षा देंदा ताकि अगे लेके जा सके। दूसरी परीक्षा तो बाहर आके दूसरी बरकत मिलती। परीक्षा तो बाहर आने तो पहला कोई बरकत नहीं, दुखा तो बाहर आने तो पहला कोई बरकत नहीं। परमेश्वर थानू दुखा दे विच लेके जाएगा, थानू मुसीबतों दे विच लेके जाएगा, थानू कलेश दे विच लेके जाएगा। क्यों? थोड़ी परीक्षा करेगा। उस तो बाद जो लेवल, जो ग्रेस और जो मसा परमेश्वर रिलीज करेगा वो ओदी गवाही होएगी। हालेलुया। थानू समझ आ रही है नहीं? लेकिन ये दुख जो तुहाडे उत्ते पे ने, किसी दे फैमिली डिस्टर्ब है, घर दे विच पूरा खलारा पिया होया, बच्चे नहीं मानते, कोई नहीं मानता किसी ने, खलारा पिया होया। हुण वो विश्वासी जिहड़ा घर दे विच और घर दे विच खलारा पिया होया, परमेश्वर उड़ीक कर रहा है कि वो विश्वासी प्रार्थना और आत्मा दे विच मजबूत होवे। तुहानू समझ आ रही है नहीं? परमेश्वर उसकी उड़ीक कर रहा है कि ये बंदा हुण आत्मा दे विच मजबूत होवे, क्योंकि परीक्षावां हमेशा तुहानू वधाण दे लई हुंदियां तुहाडी जिंदगी च। परमेश्वर ने मैनू बीमार किया, बीमारी दे विच परीक्षावां दे विच रखिया, और बीमारी नू दूर नहीं किया, संकट नू दूर नहीं किया, कलेश नू दूर नहीं किया, बल्कि परमेश्वर ने मैनू परखिया और मजबूत किया। तुसी इमेजिन नहीं कर सकते, जो मैं 1 साल का विश्वासी सी, सिर्फ 1 साल का, तब मेरी प्रार्थना, अगर मैं तुहानू दिन का प्रार्थना शेड्यूल दसा, मेरी 10 घंटे प्रार्थना सी, सिर्फ जो मैं 9 महीने का 10 महीने का विश्वासी सी। 10 घंटे प्रार्थना, नाइट नू मैं 10 बजे बहता सी प्रेयर दे विच। हुण भी वही शेड्यूल है, लेकिन शुरुआत तो तुहानू दस रहे, 10 बजे बहता सी और सुबह 4 बजे तक मैं परमेश्वर के नाल हुंदा सी 6 घंटे, और दोपहर नू 2:30 बजे प्रेयर हुंदी सी, और 5 बजे तक 6 बजे तक और प्रेयर कंटिन्यू चलती सी मेरी। और परमेश्वर ने इदा मेरी परीक्षावां नू यूज किया कि मैं आत्मा दे विच मजबूत होवां। और जो मैं आत्मा दे विच मजबूत हो गया, स्पिरिट दे विच मजबूत हो गया, आत्मा दे विच प्रभु ने मैनू तगड़ा कर दिता, तब परमेश्वर ने अपनी महिमा के लिए खड़ा कर दिता। तुसी नहीं जानते जिहड़ी तुहाडी बीमारी, जिहड़ा तुहाडा ट्रबल, जिहड़ी तुहाडी गलत अटैक और शैतान दे अटैक तुहाडी जिंदगी च हो रहे ने, परमेश्वर उसनू यूज करना चाहता है कि तुहानू आत्मा दे विच मजबूत करे। ये गल समझ लो। हालेलुया। की प्रॉब्लम है? दिक्कत डैडी इतना हो गया थे, दिक्कत पै गई, बीमार है तुहाडे डैडी, और इन्हां दे डैडी की नहीं, पर परमेश्वर का वचन बदलता नहीं है, नहीं ना बदलता, उसका वचन नहीं बदलता। ओके, की प्रॉब्लम है? जो ये बंदा जान जाएगा कि यीशु मसीह ने मैनू अधिकार दिता है बीमारी दे उत्ते, यीशु मसीह ने कहा विश्वासी प्रार्थना करनगे, अपने विश्वास दे नाल घर दे विच ही विश्वास दे नाल बोलणगे कि यीशु दे नाम च बीमारी जाए, तब परमेश्वर ने कहा जाएगी। परमेश्वर ने नहीं लिखा बाइबल दे विच कि पास्टर कहणगे यीशु मसीह दे नाम च जाता जाएगी। तुसी भी घर दे विच बैठे बैठे
चमत्कार कर सकते हो। ओके, की प्रॉब्लम है? हाँ कर दे दुकान दी, आ जाओ, चले जाओ। हूँ मैं थोड़े सामने 3 बंदे खड़े कर देते हैं, ठीक है? की प्रॉब्लम सी? डैडी इधर हो बड़े फादर साहब बीमार थे, मेरे बिजनेस दे यार बिजनेस की प्रॉब्लम, अखा की प्रॉब्लम और फादर साहब की नहीं बीमार। इन्हां सारी चीज़ों का सोल्यूशन तुहानू दसा कि इमेजिन करो हुण ये बंदे दे उत्ते विपदा आ गई घर दे विच है, कॉल लगा रहा, मैनू कॉल लगा रहा, कोई कॉल नहीं अटेंड हो रही, प्रेयर लाइन पे कॉल लगा रहा नहीं अटेंड हो रही, हुण ये की करूगा? ये तो फिर कच्चा विश्वासी हो गया, इसको खुद प्रार्थना का पता नहीं है, ये खुद कुछ नहीं कर पा रहा। लेकिन जो ये मजबूत होएगा, एक कॉल लगाएगा, ओके नहीं उठाई, प्रेयर लाइन नहीं उठाई, किसी ने नहीं उठाई, एक खुद बोलेगा विश्वास नाल, प्रभु मेरे फादर नु यीशु नाम च मैं डांटदा, बीमारी नु खत्म हो जा, खत्म होएगी वो बीमारी, क्योंकि अधिकार थोड़े हत्थां दे विच ने, बाहरों नहीं उतरने, थोड़े हत्थां दे विच ने। विश्वास करने वाले लिए चिन्ह होंगे कि मेरे नाम दे विच भविष्यवाणी भी करनगे, बीमारां ते हाथ रखणगे और वो चंगे भी होणगे, मेरे नाम दे विच भूतां नूं कड्ढणगे, बीमारियां नूं कड्ढणगे। ये तुहाडे उत्ते अधिकार ने परमेश्वर ने दित्ते होए। हालेलुया। पर प्रॉब्लम की है, इन्हां नूं अलग अलग दिक्कतां तां है, अलग अलग प्रॉब्लम तां है, लड़ाई करन दा स्थान इक्को ही है, प्रेयर, आत्मा च वधना। हुण ये बंदा अगर पहचान जाए कि मेरा घर दे विच बहुत कलेश, असीं गरीबी च मारे हैं, परमेश्वर मेरी जिंदगी च काम करे, काम करे, काम करे, फिर ये ठान लेगा कि मैं आत्मा च वधना। हुण मैं अपनी प्रार्थना नूं अद्धे घंटे दे विच सीमित नहीं रखांगा, हुण अपनी प्रार्थना नूं 1.5 घंटे दे विच बदलूंगा। अपनी बाइबल नूं हुण अद्धे घंटे दे विच सीमित नहीं रखूंगा, उसनूं 1.5 घंटे दे विच तब्दील करूंगा। अपनी पवित्रताई नूं होर वधाऊंगा, मुंह चो गंदा बोलना छड़ दूंगा, सब चीज़ां छड़ देंगा, शराब नशा छड़ दूंगा। जो फैसला करेगा वदन का, यीशु मसीह इसके हाथ द्वारा काम करना शुरू कर देगा। इस पांडे नु इस्तेमाल करेगा, सारे पांडिया नु बचान देगा। थोड़ा समझ आ रही है या नहीं? इन्नी जी गल विश्वासियों के खाने नहीं बहती। अगर थोड़े खाने पै जाए और तुसी फाइट करो, सब कुछ थोड़े अधिकार दे विच। परमेश्वर ने कुछ भी थोड़ा लुकाया नहीं है। मैं कोई आसमान तो नहीं उतरिया कि मैं आसमान तो उतर के थोड़ा कह रहे यीशु नाम च चंगे हो जाओ और लोग गवाहियां दे रहे हैं, लोग चंगे हो रहे, आजाद हो रहे। मैं आसमान तो नहीं है, थोड़े विचों ही निकले, हाँ या ना? और यही विश्वास तुसी करोगे, तुसी दिखाओगे और तुसी अपने कदम उठाओगे और प्रभु दे विच मजबूत होवोगे, वो तुम्हारे द्वारा काम करना शुरू करेगा परमेश्वर। हालेलुया। जोर ना बोलो हालेलुया। ਤੁਹਾਨੂੰ समझ आ रही है नहीं? हालेलुया। प्रॉब्लम अलग अलग हो सकती, लेकिन वचन बदलन वाला वचन वही है, वचन वही। प्रॉब्लम अलग है, ਤੁਹਾਡੇ ਘਰ ਦੇ ਵਿੱਚ ਸਭ ਪ੍ਰੋਬਲਮ ਅਲੱਗ-ਅਲੱਗ ਹੈ। ਕਿਸੇ ਨੂੰ ਫਾਈਨੈਂਸ ਦੀ ਪ੍ਰੋਬਲਮ, ਪੈਸਿਆਂ ਦੀ ਤੰਗੀ, ਬੱਚਾ ਬਿਮਾਰ ਹੈ, ਘਰ ਵਾਲੀ ਬਿਮਾਰ ਹੈ, ਬਿਮਾਰ, ਪ੍ਰੋਬਲਮ ਅਲੱਗ-ਅਲੱਗ ਹੈ, ਸੋਲੂਸ਼ਨ ਇੱਕੋ ਹੀ ਹੈ ਕਿ ਤੂੰ ਵੱਧਦਾ ਜਾ ਆਤਮਾ ਦੇ ਵਿੱਚ। ਮੈਂ ਹੈਰਾਨ ਹੁੰਦਾ, ਲੋਕ ਕਈ ਵਾਰੀ ਬਾਰ-ਬਾਰ ਮੇਰੇ ਪੁੱਛਦੇ ਨੇ ਕਿ ਮੈਂ ਵਧੀਏ ਆਤਮਾ 'ਚ ਕਿਵੇਂ, ਪ੍ਰਾਰਥਨਾ ਨਹੀਂ ਹੁੰਦੀ, ਇਦਾਂ ਨਹੀਂ ਹੁੰਦੀ। ਮੈਂ ਇੱਕੋ ਗੱਲ ਹਮੇਸ਼ਾ ਕਹਿੰਦਾ ਕਿ ਅਗਰ ਤੁਸੀਂ ਆਪਣੇ ਸਹੇਲੀ ਦੇ ਨਾਲ 10 ਘੰਟੇ ਗੱਲਾਂ ਕਰਕੇ ਬੋਰ ਨਹੀਂ ਹੁੰਦੇ, ਤਾਂ ਉਸ ਪਰਮੇਸ਼ਵਰ ਨੇ ਜਿਸਨੇ ਤੁਹਾਨੂੰ ਜਨਮ ਦਿੱਤਾ ਹੈ, ਉਸ ਦੇ ਨਾਲ ਕਿੱਦਾਂ ਬੋਰ ਹੋ ਸਕਦੇ ਹੋ ਤੁਸੀਂ 15 ਮਿੰਟ ਦੇ ਵਿੱਚ? ਤੁਹਾਡੀ ਬੇਟੀ ਆਂਦੀ ਹੈ ਦੂਰੋਂ, ਹੈ ਅੱਛਾ, ਬੇਟੀ ਆਈ, ਬੇਟੀ ਔਰ ਬੇਟੀ ਨੂੰ ਹੁਣ ਫੁੱਲ ਟਾਈਮ ਦਿੱਤਾ ਜਾ ਰਿਹਾ 15 ਘੰਟੇ, ਤੇ ਤੇਰੀ ਦੀ ਫਿਰ ਸੱਸ ਨੂੰ ਸਾਰੀਆਂ ਗੱਲਾਂ ਚੱਲਦੀਆਂ ਵਿੱਚ, ਸੱਸ ਦੀ ਹੈ, ਉਹਦੀ ਸੱਸ ਦੀ ਹੈ, ਉਹਦੀ ਨਾਨੇ ਦੀ ਹੈ, ਉਹਦੀ ਤਾਏ ਦੀ ਹੈ, ਸਭ ਕੁਝ ਚੱਲਦਾ ਵਿੱਚ। और परमेश्वर के कोल जाते तुसी 15 मिनट दे विच बोर हो जाते, जिसने तुहानू सब कुछ देना है। हालेलुया। बोलो प्रॉब्लम अलग अलग है, बोलो मेरी अलग है, मेरे पड़ोसी दी अलग है। अपने पड़ोसी को हाथ ला के बोलो, बोलो मेरे पड़ोसी दी अलग है, मेरी अलग है। सोल्यूशन एक ही है कि मैं वधा,
ਆਤਮਾ 'ਚ ਗਰੋ ਕਰਾਂ ਵਧਾ ਹਾਲੇਲੂਇਆ ਤਾਰੀਫ ਕਰੋ ਜ਼ੋਰ ਦੇ ਹੁਣੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਸੀਂ ਵਚਨ ਸੁਣ ਕੇ ਜਾਓਗੇ ਫਿਰ ਵੀ ਤੁਹਾਨੂੰ ਸਮਝ ਨਹੀਂ ਆ ਕਿ ਆਪਾਂ ਫਿਰ ਵੀ ਤੁਸੀਂ ਪੁੱਛਣਾ ਆ ਕੇ ਤੁਸੀਂ ਦੱਸੋ ਜੀ ਕੀ ਕਰੀਏ ਬਿਮਾਰ ਹੋ ਗਏ ਬੜੇ ਹੁਣੇ ਮੈਂ ਅਗਰ ਮੀਟਿੰਗ ਤੋਂ ਬਾਅਦ ਮਿਲੂੰਗਾ ਨਾ ਤੁਹਾਨੂੰ ਤੁਹਾਡੇ ਇਹੀ ਕੁਐਸਚਨ ਹੋਏਗਾ ਇਹ ਬਿਮਾਰ ਹੋ ਗਏ ਦੱਸੋ ਜੀ ਉਹ ਦੱਸ ਚੁੱਕਿਆ ਹੈ उसने क्या मसीह की दी गई मेहनत व्यर्थ नहीं जाएगी तेरी 2 मिनट की प्रार्थना व्यर्थ नहीं जाएगी ਤੁਸੀਂ ਤਾਂ ਰੋਜ਼ ਸੰਡੇ ਰੋਜ਼ ਬੁੱਧਵਾਰ ਆ ਕੇ ਪ੍ਰਾਰਥਨਾ ਨੂੰ ਰਿਸੀਵ ਕਰਦੇ ਹੋ ਪ੍ਰਾਰਥਨਾਵਾਂ ਇੱਥੇ ਕਰਦੇ ਹੋ ਉਸਨੇ ਕਿਹਾ ਤੇਰੀ 1 ਮਿੰਟ ਦੀ ਵੀ ਪ੍ਰਾਰਥਨਾ ਵਿਅਰਥ ਨਹੀਂ ਜਾਏਗੀ ਸਾਰੇ ਰਿਜ਼ਲਟ ਤੁਹਾਡੀ ਗੋਦ ਦੇ ਵਿੱਚ ਉਤਰਨ ਵਾਲੇ ਨੇ ਹਾਲੇਲੂਇਆ ਔਰ ਇੱਕ ਵੱਡਾ ਰਿਜ਼ਲਟ ਦੀ ਘੋਸ਼ਣਾ ਕਰਦਾ ਮੈਂ ਤੁਹਾਡੇ ਉੱਤੇ ਹਾਲੇਲੂਇਆ ਜ਼ੋਰ ਨਾਲ ਬੋਲੋ ਹਾਲੇਲੂਇਆ ਤੁਹਾਨੂੰ ਸਮਝ ਆ ਰਹੀ ਹੈ ਨਹੀਂ ਯੈਸ ਉੱਚਾ ਚਾਹੀਦਾ ਅਗਰ ਆ ਰਹੀ ਹੈ ਹਾਲੇਲੂਇਆ